ਮੀਆਂ ਵਈ ਸਾਹਿਬ ਬਹੁਤ ਸ਼ੁਕਰੀਆ ਵਕਤ ਦੇਣ ਦਾ। ਵੈਸੇ ਤੇ ਬਾਕੀ ਦੁਨੀਆ ਦੇ ਵਿੱਚ ਵੀ ਸਿਆਸਤਦਾਨਾਂ ਤੇ ਬਹੁਤ ਤਨਕੀਦ ਹੁੰਦੀ ਹੈ। ਪਾਕਿਸਤਾਨ ਦੇ ਵਿੱਚ ਕੁਝ ਜ਼ਿਆਦਾ ਹੀ ਹੁੰਦੀ ਹੈ। ਤੁਹਾਡਾ ਸਿਆਸਤ ਦੇ ਵਿੱਚ ਆਉਣ ਦਾ ਕੀ ਕਾਰਨ ਹੈ? ਮੀਆਂ ਸਾਹਿਬ ਮੇਰੇ ਹਾਲਾਂਕਿ ਫੈਮਿਲੀ ਦੇ ਵਿੱਚ ਮੇਰੇ ਭਾਈ 2 ਹਾਂ। ਦਫਾ MPA ਵੀ ਰਹੇ ਨੇ। ਹਾਂ। ਤੇ ਮਤਲਬ ਉਹ ਫੈਮਿਲੀ ਦਾ ਚੂੰਕਿ ਬਹੁਤ ਜ਼ਿਆਦਾ ਫਿਰ ਦੋਸਤ ਰਹੇ ਨੇ, ਫਿਰ ਮੈਨੂੰ ਹਮੇਸ਼ਾ ਆਫਰ ਰਹੀ ਹੈ। ਕਾਲਜ ਤੋਂ ਸਿਆਸਤ ਕੀਤੀ, ਉਸ ਤੋਂ ਬਾਅਦ ਫਿਰ ਮਤਲਬ ਇਹਨਾਂ ਪੀਪਲਸ ਪਾਰਟੀ ਦਾ ਉਹ ਇੱਕ ਤੁਹਾਨੂੰ ਪਤਾ ਜਦੋਂ ਅਸੀਂ ਸਟੂਡੈਂਟਸ ਹਾਂ ਉਸ ਲਈ ਤੇ ਭੁੱਟੋ ਸਾਹਿਬ ਦਾ ਇੱਕ ਪੂਰਾ ਹਾਂ। ਕਰਿਸ਼ਮਾ ਹਮ, ਅੱਜ ਦੇ ਇਮਰਾਨ ਖਾਨ ਦੀ ਤਰ੍ਹਾਂ ਬਿਲਕੁਲ ਉਸ ਵੇਲੇ ਭੁੱਟੋ ਸਾਹਿਬ ਵੀ ਸਾਡੀ ਜਵਾਨੀ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਉਹ ਉਹਨਾਂ ਤੋਂ ਅੱਗੇ ਕੁਝ ਨਜ਼ਰ ਨਹੀਂ ਸੀ ਹਾਂ, ਆਉਂਦਾ। ਕਮ ਸੇ ਕਮ ਪੰਜਾਬ ਔਰ ਸਿੰਧ ਦੇ ਵਿੱਚ ਹਾਂਜੀ। ਤੇ ਇਹੀ ਸੂਰਤ-ਏ-ਹਾਲ ਸੀ। ਤੇ ਉਸ ਵੇਲੇ ਪੀਪਲਸ ਪਾਰਟੀ ਦੀ ਮੈਂ ਯੂਥ ਦਾ ਮਤਲਬ ਇਹਨਾਂ ਸਿਆਸਤ ਕੀਤੀ ਹਮ, ਐਜ਼ ਏ ਵਾਈਸ ਪ੍ਰੈਜ਼ੀਡੈਂਟ ਪੰਜਾਬ। ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਸੀ, ਸਟੂਡੈਂਟ ਬਲਕਿ ਯੂਨੀਅਨ। ਮੈਨੂੰ ਆਫਰ ਰਹੀ ਸਦਰ ਬਣਨ ਲਈ ਵੀ। ਲੇਕਿਨ ਮੈਂ ਚੂੰਕਿ ਉਹ ਘਰ ਦੇ ਵਿੱਚ ਸਿਆਸਤ ਵੇਖਣ ਦੇ ਬਾਅਦ, ਲੋਕਾਂ ਨੂੰ ਮਿਲਣ ਦੇ ਬਾਅਦ ਇਹਨੂੰ ਬਹੁਤ ਕਰੀਬ ਤੋਂ ਵੇਖ ਲਿਆ ਕਿ ਯਾਰ ਇਹਦੇ 'ਚ ਬਹੁਤਾ ਝੂਠ ਔਰ ਮੁਨਾਫਕਤ ਹੈ। ਤੇ ਉਹਦੇ ਤੋਂ ਇੱਕ ਦਿਲ ਜਿਹੜਾ ਹੈ ਨਾ ਉਹ ਮੰਨਦਾ ਹੀ ਨਹੀਂ ਸੀ ਮੈਨੂੰ। ਹਾਲਾਂਕਿ ਭਾਈ ਨੇ ਵੀ ਔਰ ਫੈਮਿਲੀ ਨੇ ਬੜਾ ਜ਼ੋਰ ਲਾਇਆ ਕਿ ਵੀ ਅਸੀਂ ਤੈਨੂੰ ਉੱਥੇ ਜਿਹੜੀ ਸਾਡੀ ਲੋਕਲ ਗਵਰਨਮੈਂਟ ਹੈ ਵੇ ਉੱਥੋਂ ਹੀ, ਤੁਹਾਨੂੰ ਪਤਾ ਸਫ਼ਰ ਤੇ ਉੱਥੋਂ ਹੀ ਸਟਾਰਟ ਹੁੰਦਾ, ਲੇਕਿਨ ਮੈਂ ਇਹਦੇ ਤੋਂ ਨੱਸਦਾ ਰਿਹਾ। ਉਸ ਤੋਂ ਬਾਅਦ ਫਿਰ ਜੰਗੀਰ ਬਦਰ ਸਾਹਿਬ ਮਰਹੂਮ ਅੱਲਾ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ, ਉਹ ਚਾਹੁੰਦੇ ਸਨ ਕਿ ਮੈਂ ਸ਼ਾਇਦ ਤੋਂ MPA ਦਾ ਇਲੈਕਸ਼ਨ ਲੜਾਂ। ਅੱਛਾ। ਲੇਕਿਨ ਮੈਂ ਮਤਲਬ ਹੈ ਨਾ ਇਸ ਤੋਂ ਨੱਸਦਾ ਰਿਹਾ, ਦੋਸਤਾਂ ਵਾਸਤੇ ਕਰਦਾ ਰਿਹਾ, ਭਾਈ ਲਈ ਕਰਦਾ ਰਿਹਾ, ਲੇਕਿਨ ਅਮਲੀ ਸਿਆਸਤ ਵਿੱਚ ਮੇਰਾ ਬਿਲਕੁਲ ਦਿਲ ਨਹੀਂ ਸੀ। ਹਾਂ, 2017 ਦੇ ਵਿੱਚ ਜਿਸ ਵੇਲੇ ਇਮਰਾਨ ਖਾਨ ਸਾਹਿਬ ਨੇ ਨਵੇਂ ਪਾਕਿਸਤਾਨ ਦਾ ਨਾਰਾ ਲਾਇਆ, ਕੋਈ ਗੱਲਾਂ ਐਸੀਆਂ ਕੀਤੀਆਂ, ਉਹ ਨਜ਼ਰੀਆਤੀ ਔਰ ਬੜੀ ਰਿਆਸਤ ਮਦੀਨਾ ਔਰ ਫਿਰ ਫਲਾਈ ਰਿਆਸਤ ਔਰ ਜੋ ਮਤਲਬ ਹੈ ਨਾ ਅੱਜ ਮਤਲਬ ਆਉਣ ਵਾਲੇ ਵਕਤ ਦੇ ਖਾਬ ਜਿਹੜੇ ਨੇ ਨਾ, ਉਹ ਖਾਨ ਸਾਹਿਬ ਨੇ ਜਦੋਂ ਵਿਖਾਏ ਤੇ ਮੈਨੂੰ ਇੰਝ ਲੱਗਿਆ ਕਿ ਜਿਵੇਂ ਉਹ ਜਿਹੜੀ ਅਸੀਂ ਸਿਆਸਤ ਜਿਸ ਵਜ੍ਹਾ ਤੋਂ ਅਸੀਂ ਨੱਸ ਰਹੇ ਸਾਂ ਜਿਹੜੀਆਂ ਚੀਜ਼ਾਂ ਤੋਂ, ਉਹ ਉਹਦੇ ਤੋਂ ਹਟ ਕੇ ਕੋਈ ਬੰਦਾ ਇਸ ਵੇਲੇ ਉਹ ਮਤਲਬ ਹੈ ਨਾ। ਔਰ ਦੁਬਾਰਾ ਬਲਕਿ ਇੱਕ ਹੋਰ ਗੱਲ ਮੈਨੂੰ ਯਾਦ ਹੈ ਕਿ ਸਾਡੇ ਹਲਕੇ 'ਚ ਇੱਕ ਇਲੈਕਸ਼ਨ ਦੇ ਦੌਰਾਨ ਮੇਰੀ ਉਹ ਅੱਜ ਵੀ ਸ਼ਾਇਦ YouTube ਤੇ ਕੋਈ ਤਕਰੀਰ ਹੋਵੇ, ਤੇ ਮੈਂ ਉਸ ਵੇਲੇ ਉੱਥੇ ਪੀਪਲਸ ਪਾਰਟੀ ਦੇ ਪੁਰਾਣੇ ਲੋਕ ਸਨ ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿ ਯਾਰ ਮੈਨੂੰ ਇੰਝ ਲੱਗਦਾ ਪਿਆ ਕਿ ਭੁੱਟੋ ਸਾਹਿਬ ਜੋ ਕਹਿੰਦੇ ਰਹੇ ਨੇ ਨਾ ਇਮਰਾਨ ਖਾਨ ਉਹ ਕਰ ਜਾਏਗਾ। ਠੀਕ ਹੈ, ਮੈਨੂੰ ਇਹਨਾਂ ਦੀ ਗੱਲਾਂ ਤੋਂ ਲੱਗ ਰਿਹਾ ਕਿ ਇਮਰਾਨ ਖਾਨ ਉਹ ਕੰਮ ਜਿਹੜੇ ਭੁੱਟੋ ਸਾਹਿਬ ਛੱਡ ਗਏ ਸਨ, ਜਿਹੜੇ ਨਹੀਂ ਹੋ ਸਕੇ ਉਹਨਾਂ ਕੋਲੋਂ, ਉਹ ਇਹ ਕਰ ਲੈਣਗੇ। ਤੇ ਮੈਨੂੰ ਇੰਝ ਲੱਗਦਾ ਪਿਆ ਕਿ ਉਹ ਜਿਹੜਾ ਭੁੱਟੋ ਅਸੀਂ ਤਲਾਸ਼ ਕਰ ਰਹੇ ਸਨ ਉਹ ਮੌਜੂਦ ਹੈ। ਤੇ ਅਸੀਂ ਉਸ ਵੇਲੇ ਉਸ ਮਤਲਬ ਇੱਕ ਨਜ਼ਰੀਆਤੀ ਸਿਆਸਤ ਨੂੰ ਵੇਖਦੇ ਆਇਆ। ਮੈਂ ਮਤਲਬ ਇਹਨਾਂ ਇਹਦੇ 'ਚ ਅਮਲੀ ਸਿਆਸਤ ਵਿੱਚ ਪਹਿਲੀ ਦਫਾ ਆਪਣੀ ਜ਼ਾਤ ਲਈ, ਔਰ ਉਹ ਅੱਛਾ। ਵੀ PTI ਦੇ ਦੋਸਤਾਂ ਨੇ ਮੈਨੂੰ UK ਤੋਂ, ਮੈਂ ਉਸ ਲਈ ਉੱਥੇ ਸਾਂ, ਮੈਨੂੰ ਕਹਿ ਕੇ ਬੁਲਾਇਆ ਕਿ ਵੀ ਤੁਹਾਨੂੰ ਅਸੀਂ ਇਲੈਕਸ਼ਨ ਲੜਵਾਉਣਾ। ਔਰ ਇੱਕ ਵਕਤ ਤੇ ਫਿਰ ਇਸ ਨੇ ਇੰਨੀ ਮੈਂ ਮਿਹਨਤ ਕੀਤੀ ਕਿ ਵੀ ਮੇਰਾ ਨਾਂ ਉਸ ਵੇਲੇ ਸ਼ਾਹਦਰੇ ਦੇ ਸਾਡੇ ਉੱਥੇ 3 ਹੀ ਕੈਂਡੀਡੇਟ ਜਿਹੜੇ ਮਤਲਬ ਉਸ ਦੇ ਚੋਈ ਸਰਵਰ ਸਾਹਿਬ PTI ਦੇ ਇੱਕ ਮੇਨ ਰੋਲ ਸੀ ਇਹਨਾਂ ਦਾ। ਇਹਨਾਂ ਦੇ ਉਹ ਟਵੀਟ ਮੌਜੂਦ ਨੇ ਕਿ 3 ਕੈਂਡੀਡੇਟ ਜਿਹੜੇ ਨਾ, ਇਹਨਾਂ ਦੇ ਵਿੱਚੋਂ ਸਾਡਾ ਇੱਕ MNA ਹੋਏਗਾ ਜਿੰਦੇ 'ਚ ਇੱਕ ਮੇਰਾ ਨਾਂ ਸੀ। ਅੱਛਾ। ਤੇ ਬਲਕਿ ਮੇਰੇ ਇੰਟਰਵਿਊ ਵੀ ਹੋਏ ਚੇਅਰਮੈਨ ਸੈਕਟਰੀਏਟ ਦੇ ਵਿੱਚ, ਮੈਨੂੰ ਇਹ ਨਜ਼ਰ ਆ ਰਿਹਾ ਸੀ ਕਿ ਮੈਨੂੰ ਇਹ ਸਿਲੈਕਟ ਕਰ ਮਿਲ ਲੈਣ। ਜਾਏਗਾ। ਹਾਂਜੀ, ਲੇਕਿਨ ਉਹ ਮਤਲਬ ਨਾ ਉਹ ਨਾ ਹੋ ਸਕਿਆ। ਉਸ ਤੋਂ ਬਾਅਦ ਬੜੀ ਮਿਹਨਤ ਕੀਤੀ, ਮਗਰ ਅੱਜ ਮਾਯੂਸੀ ਫਿਰ ਹੋਈ ਕਿ ਯਾਰ ਸਾਰੀਆਂ ਜਮਾਤਾਂ ਜਿਹੜੀਆਂ ਨੇ ਨਾ, ਉਹਨਾਂ ਦਾ ਮਤਮਾ ਨਜ਼ਰ ਜਿਹੜਾ ਹੈ ਨਾ ਉਹ ਇੱਕੋ ਹੀ ਹੈ, ਇਕਤਦਾਰ, ਇਖਤਿਆਰ, ਔਰ ਬਸ ਇਹ ਹੀ ਮਾਮਲਾ ਹੈ, ਕਿਧਰੇ ਨਜ਼ਰੀਆ ਮੌਜੂਦ ਨਹੀਂ ਗਾ। ਇਮਰਾਨ ਖਾਨ ਦੇ ਜਿਸ ਵਕਤ ਬਹੁਤ ਬੁਲੰਦ ਬਾਂਗ ਜਿਹੜੇ ਦਾਅਵੇ ਸਨ, ਉਹਨਾਂ ਦਾ ਮੈਂ ਸਮਝਦਾ ਕਿ 2 ਪਹਿਲੂ ਸਾਹਮਣੇ ਆਏ। ਇੱਕ ਤੇ ਇਹ ਕਿ ਜਿਹੜੇ ਲੋਕ ਸਿਆਸਤ ਨੂੰ ਸਮਝਦੇ ਸਨ, ਗਰਾਊਂਡ ਰਿਐਲਿਟੀਜ਼ ਨੂੰ ਕੁਝ ਜਾਣਦੇ ਸਨ, ਉਹਨਾਂ ਨੇ ਸਮਝਿਆ ਕਿ ਸਾਰੀਆਂ ਹਵਾਈ ਗੱਲਾਂ ਨੇ। ਬਹੁਤ ਸਾਰੀਆਂ ਗੱਲਾਂ ਮੁਤਜ਼ਾਦ ਨੇ ਔਰ ਕਾਬਿਲ ਅਮਲ ਨਹੀਂ ਹਨ। ਔਰ ਦੂਸਰਾ ਇਹ ਕਿ ਕਾਫੀ ਲੋਕ ਉਹਦੇ ਤੋਂ ਮੁਤਾਸਰ ਹੋਏ, ਖਾਸ ਤੌਰ 'ਤੇ ਯੰਗ ਜਨਰੇਸ਼ਨ ਜਿਹੜੀ ਹੈ ਉਹ ਉਹਨਾਂ ਤੋਂ ਮੁਤਾਸਰ ਹੋਈ। ਇਹਦਾ ਮਤਲਬ ਇਹ ਹੋਇਆ ਕਿ ਅੱਜ ਜਿਸ ਜਗ੍ਹਾ 'ਤੇ ਤੁਸੀਂ ਖੜੇ ਹੋ, ਤੁਸੀਂ ਇਮਰਾਨ ਖਾਨ ਨੂੰ ਸਹੀ ਤੌਰ 'ਤੇ ਸਮਝ ਨਹੀਂ ਸਕੇ। ਐਮ ਆਈ ਰਾਈਟ? ਮੇਰਾ ਖਿਆਲ ਹੈ ਕਿ ਅਸੀਂ ਜਿਹੜਾ ਨਾ ਮੈਂ ਹੀ ਨਹੀਂ, ਤੁਸੀਂ ਉਸ ਵੇਲੇ ਬੜੇ ਅਰਸੇ ਦੇ ਬਾਅਦ ਸਾਨੂੰ ਜਿਹੜਾ ਨਾ ਕੋਈ ਉਹ ਜਿਹੜੀ ਦਿਲ ਦੇ ਅੰਦਰ ਇੱਕ ਉਹ ਇੱਕ ਬਹੁਤ ਸਾਰੇ ਲੋਕਾਂ ਦੇ 'ਚ ਹੈ ਸੀ ਨਾ, ਇੱਕ ਪਿਆਸ ਸੀ, ਇੱਕ ਭੁੱਖ ਸੀ ਕਿ ਜਿਹੜੀ ਮਤਲਬ ਹੈ ਨਾ ਜਮਹੂਰੀ ਇੱਕ ਮਤਲਬ ਹੈ ਨਾ ਹੁੰਦੀ ਮਾਸ਼ਰਿਆਂ 'ਚ ਹੁੰਦੀ ਹੈ, ਜਿਹੜੀ ਇੱਕ ਮਤਲਬ ਹੈ ਨਾ ਫਲਾਈ ਰਿਆਸਤ ਵਾਸਤੇ ਹੁੰਦੀ ਹੈ,
ਜਿਹੜੀ ਇੱਕ ਇਸਲਾਮੀ ਮੁਆਸ਼ਰੇ ਵਾਸਤੇ ਹੁੰਦੀ ਹੈ, ਇਹ ਬੜੀ ਦੇਰ ਤੋਂ ਸਾਡੀ ਪੂਰੀ ਸਿਆਸਤ ਤੋਂ ਜਿਹੜਾ ਸੀ ਨਾ ਇਹ ਦੂਰ ਸੀ, ਕਿਉਂਕਿ ਇੱਥੇ ਸਿਆਸਤ ਜਿਹੜੀ ਨਾ ਉਹ ਬਿਲਕੁਲ ਚਲੀ ਗਈ ਸੀ। ਉਹ ਗੈਰ ਜਮਾਤੀ ਇਲੈਕਸ਼ਨ 85 ਦੇ ਹੋਣ ਦੇ ਬਾਅਦ ਇਹ ਬਿਲਕੁਲ ਜਿਹੜੀ ਸਿਆਸਤ ਹੈ ਪਾਕਿਸਤਾਨ ਦੀ ਜਿਹੜੀ ਹੈ ਨਾ ਉਹ ਤੁਸੀਂ ਵੇਖੋ ਕਿ ਉਹਦੇ 'ਚ ਤਰੱਕੀ ਦਾ ਉਹ ਜਿਹੜਾ ਮਿਆਰ ਸੀ ਨਾ ਉਹ ਕੁਛ ਹੋਰ ਹੋ ਗਿਆ ਸੀ, ਕਿਉਂਕਿ ਇੱਥੇ ਅਸੈਂਬਲੀਆਂ ਦੇ ਵਿੱਚ ਕਾਨੂੰਨ ਸਾਜ਼ੀ ਵਾਲੀ ਤੇ ਗੱਲ ਕੋਈ ਨਹੀਂ ਸੀ। ਅਸੈਂਬਲੀ ਦੇ ਮੈਂਬਰ ਤੇ ਗਲੀ ਮੋਰੀ ਬਣਾਉਣ ਤੇ ਲੱਗੇ ਹੋਏ ਸਨ, ਠੇਕਿਆਂ ਤੇ ਲੱਗੇ ਹੋਏ ਸਨ, ਕਾਰੋਬਾਰ ਬਣਾਉਣ ਤੇ ਲੱਗੇ ਹੋਏ ਸਨ। ਔਰ ਉਸ ਦੇ ਨਾਲ ਕੀ ਹੁੰਦਾ ਰਿਹਾ ਕਿ ਸਾਡੀ ਉਹ ਜਿਹੜੀ, ਔਰ ਫਿਰ ਉਸ ਤੋਂ ਬਾਅਦ ਇਹਦੇ ਦੌਰਾਨ ਇੱਕ ਸਭ ਤੋਂ ਵੱਡਾ ਜਿਹੜਾ ਪਾਕਿਸਤਾਨ ਦੇ ਨਾਲ ਜ਼ੁਲਮ ਹੋਇਆ ਮੈਂ ਸਮਝਦਾ ਉਹ ਸੀ ਤੁਹਾਡੀ ਲੇਬਰ ਦੀ ਸਿਆਸਤ ਨੂੰ ਬੰਦ ਕਰ ਦੇਣਾ, ਤੁਹਾਡੀ ਜਿਹੜੀ ਹੈ ਨਾ ਉਹ ਸਟੂਡੈਂਟ ਸਿਆਸਤ ਨੂੰ ਬੰਦ ਕਰ ਦੇਣਾ, ਤੁਹਾਡੀ ਟ੍ਰੇਡ ਯੂਨੀਅਨਸ ਜਿੰਨੀਆਂ ਨੇ ਉਹਨਾਂ ਨੂੰ ਖਤਮ ਕਰ ਦੇਣਾ। ਯਾਨੀ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਉਹ ਲੀਡਰਸ਼ਿਪ ਆਣੀ ਸੀ ਨਾ ਉਹ ਸਾਰੀ ਦੀ ਸਾਰੀ ਜਿਹੜੀ ਹੈ ਨਾ ਉਹ ਉੱਥੇ ਉਹ ਨਰਸਰੀਆਂ ਨੂੰ ਜਦੋਂ ਤਾਲੇ ਲੱਗ ਗਏ ਉਹ ਬੰਦ ਹੋ ਗਈ। ਤੇ ਇੱਕ ਗੈਪ ਸੀ, ਉਹ ਜਿਹੜਾ ਗੈਪ ਹੈ ਜਿਸ ਵੇਲੇ ਖਾਨ ਸਾਹਿਬ ਆਏ ਨੇ, ਇਹਨਾਂ ਨੇ ਜਿਹੜੀ ਗੱਲਾਂ ਕੀਤੀਆਂ ਨੇ, ਇਹਨਾਂ ਨੇ ਉਸ ਦੁੱਖ ਦੀ ਰਗ ਨੂੰ ਜਿਹੜਾ ਨਾ ਉਹ ਛੇੜਿਆ, ਉਹਨੂੰ ਉੱਥੇ ਹੱਥ ਰੱਖਿਆ। ਉਹ ਜਿਹੜਾ ਲੋਕਾਂ ਦੇ ਅੰਦਰ ਇੱਕ ਉਹ ਇੱਕ ਦਬੀਆਂ ਹੋਈਆਂ ਸਨ ਨਾ ਖੁਆਇਸ਼ਾਂ ਇਸ ਮੁਲਕ ਦੇ ਅੰਦਰ ਜਮਹੂਰੀ ਔਰ ਇੱਕ ਨਜ਼ਰੀਆਤੀ ਸਿਆਸਤ ਵਾਸਤੇ, ਉਹਨਾਂ ਵੇਖਿਆ ਯਾਰ ਕੋਈ ਇੱਕ ਬੰਦਾ ਐਸਾ ਜਿਹੜਾ ਨਾ। ਔਰ ਕੁਝ ਦੂਸਰੀ ਇੱਕ ਹੋਰ ਵੀ ਗੱਲ ਹੈ ਸਰ, ਮੈਂ ਬੜੀ ਮਤਲਬ ਇਹਨਾਂ ਦੇ ਲੋਕੀ ਡਰਦੇ ਗੱਲ ਨਹੀਂ ਕਰਦੇ, ਲੇਕਿਨ ਇੱਥੇ ਇੱਕ ਹੋਰ ਵੀ ਮਸਲਾ ਹੈ ਕਿ ਤੁਸੀਂ ਦੇਖੋ ਕਿ ਪਹਿਲੇ ਬਣਾਇਆ ਜਾਂਦਾ ਹੈ, ਫਿਰ ਉਹਨੂੰ ਲਾਇਆ ਜਾਂਦਾ ਹੈ, ਫਿਰ ਉਹਨੂੰ ਕਿਸ ਤਰ੍ਹਾਂ ਉਹਦੇ ਖਿਲਾਫ ਦੇਖੋ ਨਾ। ਇੱਥੇ ਜਿਵੇਂ ਸਾਦਕ ਅਮੀਨ ਦਾ, ਮੈਂ ਇੱਕ ਐਜ਼ ਏ ਮੁਸਲਿਮ ਮੈਂ ਉਸ ਵੇਲੇ ਵੀ ਕਹਿੰਦਾ ਸਾਂ ਕਿ ਯਾਰ ਇਹ ਗੱਲ ਸਾਡੇ ਉਹ ਹਲਕ ਤੋਂ ਥੱਲੇ ਨਹੀਂ ਉਤਰਦੀ, ਬਾਵਜੂਦ ਉਸ ਪਾਰਟੀ ਦਾ ਹਿੱਸਾ ਹੁੰਦੇ ਆ। ਤੁਸੀਂ ਦੇਖੋ ਕਿ ਉਸ ਵੇਲੇ ਇੱਥੋਂ ਤੱਕ ਪਹੁੰਚਾਇਆ ਗਿਆ, ਠੀਕ ਹੈ। ਫਿਰ ਉਸ ਤੋਂ ਬਾਅਦ ਹੁਣ ਉਸੇ ਹੀ ਬੰਦੇ ਨੂੰ ਅੱਜ ਦੁਬਾਰਾ ਇਹ ਸਾਬਤ ਕੀਤਾ ਜਾ ਰਿਹਾ ਕਿ ਉਹ ਵੀ ਚੋਰ ਹੈ। ਜਿਸ ਤਰ੍ਹਾਂ ਦੂਸਰੇ ਇੱਕ ਹੋਰ ਲੀਡਰ ਨੂੰ ਚੋਰ ਔਰ ਡਾਕੂ, ਅੱਜ ਤੁਸੀਂ ਵੇਖੋ ਕਿ ਅੱਜ ਦਾ ਉਹ ਜਿਹੜਾ 15-20 ਸਾਲ ਦਾ ਬੱਚਾ ਹੈ, ਜਿਹੜਾ ਪਿਛਲੇ 10 ਸਾਲ ਤੋਂ ਬਚਪਨ ਤੋਂ ਸੌਂਦਾ ਆਇਆ, ਜਾਂ 25 ਸਾਲ ਦਾ ਜਿਹੜਾ ਪਿਛਲੇ 10 ਸਾਲ ਤੋਂ ਸੌਂਦਾ ਆਇਆ, ਉਸ ਵੇਲੇ 15 ਸਾਲ ਦਾ ਸੀ। ਜਿਹੜੇ ਅੱਜ 10-12 ਸਾਲ ਦੇ ਬੱਚੇ ਨੇ ਜਿਹੜੇ ਜੰਮਦੇ ਹੀ ਸੌਂਦੇ ਪਏ ਨੇ ਕਿ ਉਹ ਡਾਕੂ ਹੈ, ਉਹ ਚੋਰ ਹੈ, ਉਹ ਸਰ ਉਹਨਾਂ ਦੇ ਚੋਂ ਡਾਕੂ ਔਰ ਚੋਰ ਨੂੰ ਕੱਢਣ ਲਈ ਕੋਈ 10 ਸਾਲ ਲੱਗਣਗੇ। ਇਸ ਵੇਲੇ ਉਹ ਕਲਟ ਕਹਿ ਲਓ, ਉਹ ਮਜ਼ਹਬ ਕਹਿ ਲਓ, ਉਹਨੂੰ ਤੁਸੀਂ ਫਿਰਕਾ ਕਹਿ ਲਓ, ਉਹਨੂੰ ਤੁਸੀਂ ਅੱਜ ਦੀ ਮਤਲਬ ਨਾ ਅੱਜ ਦੀ ਨੌਜਵਾਨ ਨਸਲ ਨੂੰ ਤੁਸੀਂ ਜਿਨ੍ਹਾਂ ਨੂੰ ਜੰਮਦਿਆਂ ਦੱਸਿਆ ਸੀ ਕਿ ਇਹਦੇ ਨਾਲੋਂ ਚੰਗਾ ਕੋਈ ਨਹੀਂ, ਇਹਦੇ ਨਾਲੋਂ ਨੇਕ ਕੋਈ ਨਹੀਂ, ਇਹਦੇ ਨਾਲੋਂ ਸਿਆਣਾ ਕੋਈ ਨਹੀਂ, ਇਹਦੇ ਨਾਲ ਮੁਹੱਬੇ ਵਤਨ ਕੋਈ ਨਹੀਂ, ਇਹ ਮਤਲਬ ਤੁਸੀਂ ਦੱਸਿਆ ਨਾ। ਇਹ ਜਦੋਂ ਤੁਸੀਂ ਦੱਸਿਆ, ਤੁਹਾਡੇ ਮੀਡੀਆ ਨੇ ਦੱਸਿਆ, ਤੁਹਾਡੀਆਂ ਏਜੰਸੀਆਂ ਨੇ ਦੱਸਿਆ, ਤੁਹਾਨੂੰ ਉਹਨੂੰ ਚੁੱਕ ਕੇ ਲਿਆ ਕੇ ਉਹਨੂੰ ਐਡਾ ਵੱਡਾ ਉਹਦਾ ਕੱਦ ਕਰਤਾ, ਉਹਨੂੰ 6 ਫੁੱਟ ਦੀ ਬਜਾਏ ਹੁਣ ਤੁਸੀਂ 40-50 ਫੁੱਟ ਦਾ ਵਹਾ ਦਿੱਤਾ। ਹੁਣ ਉਹਨੂੰ 40-50 ਫੁੱਟ ਨੂੰ 6 ਫੁੱਟ ਤੇ ਲਿਆਉਣ ਲਈ ਤੁਹਾਨੂੰ ਟਾਈਮ ਤੇ ਲੱਗਣਾ ਹੈ। ਟਾਈਮ ਲੱਗੇਗਾ। ਮੀਆਂ ਸਾਹਿਬ, ਤੁਹਾਨੂੰ ਜਿਸ ਵਕਤ ਤੁਸੀਂ ਇਮਰਾਨ ਦੇ ਹੱਕ ਦੇ ਵਿੱਚ ਪਾਰਟੀ ਨੂੰ ਜੁਆਇਨ ਕੀਤਾ, ਉਸ ਵਕਤ ਅੰਦਾਜ਼ਾ ਨਹੀਂ ਹੋਇਆ ਕਿ ਇਹਨੂੰ ਬਿਲਡ ਅਪ ਕੀਤਾ ਜਾ ਰਿਹਾ ਹੈ? ਯਾਨੀ ਇੱਕ ਤੇ ਜਿਹੜੀ ਬੰਦੇ ਦੀ ਪੋਜੀਸ਼ਨ ਹੈ ਨਾ, ਉਸ ਤੋਂ ਉਹਨੂੰ ਜ਼ਿਆਦਾ ਕਰਕੇ ਦਿਖਾਇਆ ਜਾ ਰਿਹਾ, ਉਸ ਵਕਤ ਨਹੀਂ ਪਤਾ? ਨਹੀਂ, ਉਸ ਵੇਲੇ ਸਰ ਦੇਖੋ ਇੱਕ ਗੱਲ ਬੜੀ ਅਹਿਮ ਹੈ ਵੇ ਕਿ ਇੱਕ ਤੇ ਉਹ ਹੀਰੋ ਸੀ ਜਿਹੜਾ ਅੱਜ ਵੀ ਹੈ, ਕ੍ਰਿਕਟ ਮਤਲਬ ਉਸ ਲੈਵਲ ਤੇ ਅਸੀਂ ਅੱਜ ਵੀ ਮੰਨਦੇ ਹਾਂ ਉਹ ਹੀਰੋ ਸੀ। ਲੇਕਿਨ ਮੈਂ ਕਈ ਦਫਾ ਇਹ ਗੱਲ ਕਹਿ ਚੁੱਕਿਆ ਕਿ ਜਦੋਂ ਅਸੀਂ ਨਾਲ ਚੱਲ ਕੇ ਵੇਖਿਆ, ਸਿਆਸਤ ਕਰਕੇ ਵੇਖੀਏ, ਤੇ ਫਿਰ ਸਮਝ ਆਈ ਕਿ ਨਹੀਂ ਯਾਰ ਇਹ ਸਿਆਸਤਦਾਨ ਨਹੀਂ, ਇਹ ਸਿਆਸਤਦਾਨ ਨਹੀਂ ਗਾ, ਇਹ ਬੰਦਾ ਜਿਹੜਾ ਹੈ ਇਹ ਹੀਰੋ ਹੈ ਤੇ ਬਹੁਤ ਅੱਛਾ ਹੈ, ਬਹੁਤ ਉਹਦੀ ਆਪਣੀ ਫੀਲਡ ਦੇ ਵਿੱਚ ਉਹਨੇ ਆਪਣੀ ਉਸ ਸਪੋਰਟਸ ਵਿੱਚ ਉਹਨੇ ਆਪਣਾ ਨਾਮ ਬਣਾਇਆ, ਉਹਨੇ ਚੈਰਿਟੀ ਦੇ ਵਿੱਚ ਵੱਡਾ ਨਾਂ ਕੀਤਾ, ਉਹ ਸਾਰਾ ਕੁਝ ਮੌਜੂਦ ਹੈ। ਲੇਕਿਨ ਇਹ ਜ਼ਰੂਰੀ ਨਹੀਂ ਹੈਗਾ ਕਿ ਜਨਾਬ ਅਗਰ ਇੱਕ ਬੰਦਾ 5 ਵਕਤ ਦਾ ਨਮਾਜ਼ੀ ਹੈ, ਉਹ ਚੈਰਿਟੀ ਦੇ ਬੜੇ ਕੰਮ ਨੇ, ਯਾਨੀ ਉਹਦੀ ਬੇਸ਼ੁਮਾਰ ਉਹਦੇ 'ਚ ਖੂਬੀਆਂ ਨੇ, ਲੇਕਿਨ ਉਹ ਕਿਸੇ ਆਰਗੇਨਾਈਜੇਸ਼ਨ ਨੂੰ ਚਲਾਉਣ ਦਾ ਵੀ ਉਹਨੂੰ ਨਹੀਂ ਪਤਾ, ਜਾਂ ਉਹ ਮਤਲਬ ਉਹਦਾ ਫੀਲਡ ਹੀ ਨਹੀਂ ਗਾ। ਸਰ ਤੁਸੀਂ ਦੇਖੋ ਉਹਦਾ ਫੀਲਡ ਹੀ ਨਹੀਂ ਗਾ। ਉਹ ਕਾਸਮ ਅਲੀ ਸ਼ਾਹ ਕਹਿੰਦੇ ਨੇ ਜੀ, ਮੇਰੀ ਬੇਗਮ ਮੈਨੂੰ ਕਹਿੰਦੀ ਜੀ ਹੁਣ ਮਾਸ਼ਾਅੱਲਾ ਅਸੀਂ ਇਸ ਵੇਲੇ ਹਾਲਾਤ ਅੱਛੇ ਹੋ ਗਏ ਨੇ, ਸੂਦਾ ਮਾਮਲਾ ਹੈ ਤੇ ਅਸੀਂ ਕਿਉਂ ਨਾ ਡਰਾਈਵਰ ਰੱਖ ਲਈ ਹੁਣ ਬੱਚਿਆਂ ਲਈ। ਉਹਨੇ ਕਿਹਾ ਜੀ ਠੀਕ ਹੈ। ਉਹ ਬੇਗਮ ਨੇ ਕੁਛ ਰਾਇਤ ਦਸੀਆਂ, ਉਹਨਾਂ ਇਸ਼ਤਿਹਾਰ ਦੇ ਦਿੱਤਾ ਕਿ ਜਨਾਬ ਉਹ ਬਾਰਿਸ਼ ਹੋਵੇ, 55-56 ਸਾਲ ਤੋਂ ਥੱਲੇ ਨਾ ਹੋਵੇ, ਉਹ ਨਮਾਜ਼ੀ ਪਰਹੇਜ਼ਗਾਰ ਹੋਵੇ, ਉਹ ਜਨਾਬ ਉਹ ਮਤਲਬ ਉਹਦੇ 'ਚ ਇੰਨੀਆਂ ਖੂਬੀਆਂ ਦਸੀਆਂ। ਹੁਣ ਕਈ ਦਿਨ ਇੰਤਜ਼ਾਰ ਕੀਤਾ ਤੇ ਇੱਕ ਬੰਦਾ ਆ ਗਿਆ ਅੱਲਾ ਦਾ, ਉਹਨੇ ਕਿਹਾ ਜੀ ਕਿ ਤਮਾਮ ਚੀਜ਼ਾਂ ਦੇ ਉੱਤੇ ਮੈਂ ਪੂਰਾ ਉਤਰਨਾ ਵਾ ਤੇ ਮੈਨੂੰ ਤੁਸੀਂ ਮੇਰੇ ਨਾਲ ਤਨਖਾਹ ਮੁੱਕ ਲਓ। ਤਨਖਾਹ ਹੋ ਗਈ। ਉਹਨੇ ਕਿਹਾ ਜੀ ਹੁਣ ਇੱਕ ਮੇਰੀ ਵੀ ਸ਼ਰਤ ਹੈ। ਉਹਨੇ ਕਿਹਾ ਜੀ ਜਿੱਥੇ ਅਜ਼ਾਨ ਹੋਈ ਮੈਂ ਉੱਥੇ ਗੱਡੀ ਖੜੀ ਕਰਕੇ ਨਮਾਜ਼, ਉਹਨੇ ਕਿਹਾ ਜੀ ਅਸੀਂ ਨਹੀਂ ਰੋਕਣਾ। ਉਹਨੇ ਕਿਹਾ ਮੈਂ ਗੱਡੀ 'ਚ ਟੇਪ ਵੀ ਨਹੀਂ ਲੱਗੇਗੀ। ਉਹਨੇ ਕਿਹਾ ਜੀ ਉਹ ਵੀ ਨਹੀਂ ਲੱਗੇਗੀ। ਸਾਰੀਆਂ ਗੱਲਾਂ ਦੇ ਬਾਅਦ ਉਹਨੇ ਕਿਹਾ ਜੀ ਇੱਕ ਹੋਰ ਆਖਰੀ ਗੱਲ ਹੁਣ ਮੇਰੀ ਸੁਣ ਲਓ, ਇੱਕ ਮੇਰੇ 'ਚ ਕਮੀ ਹੈ, ਗੱਡੀ ਚਲਾਣੀ ਨਹੀਂ ਆਉਂਦੀ, ਮੈਨੂੰ ਸਿਖਾ ਦਿਓ।
ਮਸਲਾ ਇਹ ਵੇ ਹਾਂ। ਕਿ ਇਹ ਜ਼ਰੂਰੀ ਸਭ ਤੋਂ ਅਹਿਮ ਕੰਮ ਇਹ ਵੇ ਕਿ ਜਿਹੜਾ ਉਹਦਾ ਅਸਲ ਕੰਮ ਹੈ ਅਗਰ ਉਹਨੂੰ ਆਂਦਾ ਹੈ ਹਾਂ ਤੇ ਫਿਰ ਤੇ ਠੀਕ ਹੈ, ਅਗਰ ਠੀਕ। ਉਹਨੂੰ ਉਹ ਕੰਮ ਹੀ ਨਹੀਂ ਆਂਦਾ ਤੇ ਹੂੰ। ਉਹਦੇ 'ਚ 5000 ਖੂਬੀਆਂ ਹੋਣ, ਹੂੰ, ਉਹਦੇ ਹੂੰ, ਨਾਲ ਉਹ ਜਿਨ੍ਹਾਂ ਦੇ ਉੱਤੇ ਤੁਸੀਂ ਇਲਜ਼ਾਮ ਲਾ ਰਹੇ ਕੋਈ ਹੂੰ, ਕੋਈ ਕਮੀ ਬੇਸ਼ੀ ਹੈ ਸੀ ਉਹਨਾਂ 'ਚ, ਹਾਂਜੀ ਲੇਕਿਨ ਉਹ ਮੰਜ਼ਿਲੇ ਮਕਸੂਦ ਤੇ ਤੁਹਾਨੂੰ ਪਹੁੰਚਾ ਪਹੁੰਚਾ ਰਹੇ ਨੇ। ਸਕਦਾ ਹੈ, ਹਾਂ। ਮੈਂ ਦੇਖੋ ਕਰਪਸ਼ਨ ਜਿਹੜਾ ਨਾ ਉਹ ਅੱਜ ਦਾ ਮਸਲਾ ਨਹੀਂ, ਹੂੰ, ਕਰਪਸ਼ਨ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ ਹੈ ਹੂੰ, ਔਰ ਇਹ ਬਿਲਕੁਲ ਠੀਕ ਹੈ, ਇਹ ਬੜਾ ਅਹਿਮ ਮਸਲਾ ਹੈ। ਹੂੰ। ਲੇਕਿਨ ਇਹਨੂੰ ਪ੍ਰਾਇੋਰਟੀ ਦੇ ਵਿੱਚ ਤੁਸੀਂ ਇੰਜ ਬਿਲਕੁਲ ਪਹਿਲੇ ਦਰਜੇ ਤੇ ਲੈ ਜਾਓ ਤੇ ਬਾਕੀ ਕੰਮ ਪਿੱਛੇ ਛੱਡ ਦਿਓ, ਸਾਰਾ ਇਹਦੇ ਪਿੱਛੇ ਡੰਡਾ ਲੈ ਕੇ ਤੁਰ ਪਵੋ। ਚੱਲਣ ਦੇ ਨਾਲ ਤੁਹਾਨੂੰ ਅੰਦਾਜ਼ਾ ਹੋਇਆ ਕਿ ਇਹ ਸਿਆਸਤਦਾਨ ਨਹੀਂ ਹੈ। ਲੇਕਿਨ ਪੀਟੀਆਈ ਤੋਂ ਜਾਂ ਇਮਰਾਨ ਖਾਨ ਤੋਂ ਅਲੱਗ ਹੋਣ ਦਾ ਜਿਹੜਾ ਮੇਨ ਸਬਬ ਜਿਹੜਾ ਬਣਿਆ ਉਹ ਕੀ ਸੀ? ਸਰ ਮੇਨ ਸਬਬ ਅਸਲ ਦੇ ਵਿੱਚ ਦੇਖੋ, ਮੈਂ ਤੇ 9 ਮਈ ਤੋਂ ਜਿਹੜਾ ਹੈ ਨਾ ਬਹੁਤ ਪਹਿਲੇ ਜਿਹੜਾ ਹੈ ਨਾ ਅੱਛਾ। ਜੋ ਸਰਵਰ ਸਾਹਿਬ ਗਵਰਨਰ ਸਨ ਹਾਂ। ਤੇ ਉਸ ਦੇ ਵਿੱਚ ਵੀ ਉਹ ਇੱਕ ਚੁੱਕੇ ਛੋਟਾ ਮੂੰਹ ਵੱਡੀ ਗੱਲ ਮੇਰੇ ਕੋਲੋਂ ਗੱਲ ਚੰਗੀ ਨਹੀਂ ਲੱਗੇਗੀ, ਚਾਹੇ ਸਰਵਰ ਸਾਹਿਬ ਵੀ ਕਰਨ ਜਾਂ ਇਮਰਾਨ ਖਾਨ ਸਾਹਿਬ ਵੀ ਕਰਨ ਤੇ ਚੰਗੀ ਲੱਗਦੀ। ਉਹਨਾਂ ਦੇ ਇਖਤਲਾਫ ਦੀ ਵਜ੍ਹਾ ਜਿਹੜੀ ਹੈ ਨਾ ਉਹ ਬੁਜ਼ਦਾਰ ਸਾਹਿਬ ਦਾ ਅਸਤੀਫਾ ਔਰ ਉਹਦੇ ਪਿੱਛੇ ਕੀ ਕਹਾਣੀ ਸੀ, ਉਹਦੇ ਸੱਚ ਕੁਝ ਹੋਰ ਸੀ, ਕਿਆ ਕੁਝ ਹੋਰ ਜਾ ਰਿਹਾ ਸੀ। ਅੱਛਾ। ਉਹਦੇ ਉੱਤੇ ਚੋਈ ਸਰਵਰ ਸਾਹਿਬ ਜਾ ਕੇ ਮਿਲ ਕੇ ਵੀ ਆਏ, ਗੱਲ ਕਰਕੇ ਆਏ, ਠੀਕ ਹੈ, ਔਰ ਇਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਰਿਜ਼ਾਈਨ ਜਿਹੜਾ ਨਾ ਉਹ ਲੈ ਲਓ। ਇਹ ਇਹਨਾਂ ਦੀ ਪ੍ਰੈਸ ਕਾਨਫਰੰਸ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਲੇਕਿਨ ਉਸ ਵੇਲੇ ਉਹਨਾਂ ਨੂੰ ਕਿਹਾ ਜੀ ਠੀਕ ਹੈ, ਨਹੀਂ ਤੁਸੀਂ ਕੰਮ ਕਰੋ। ਘਰ ਆਏ ਨੇ, ਲਾਹੌਰ ਪਹੁੰਚੇ ਨੇ ਤੇ ਪਿੱਛੋਂ ਉਹਨਾਂ ਨੂੰ ਫਰਕ ਕਰਤਾ ਗਿਆ ਤੇ ਉਹ ਨਾਰਾਜ਼ਗੀ ਉਹਨਾਂ ਦੀ। ਚੋਈ ਸਾਹਿਬ ਜਿਸ ਤਰ੍ਹਾਂ ਚਾਹੁੰਦੇ ਸਨ ਕਿ ਪੰਜਾਬ ਦੇ ਵਿੱਚ ਗਵਰਨੈਂਸ ਦੇ ਮਸਲੇ ਨੇ, ਪੰਜਾਬ ਦੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਪੰਜਾਬ ਦੇ ਵਿੱਚ ਦੇਖੋ ਨਾ ਤੁਸੀਂ ਬੁਜ਼ਦਾਰ ਦਾ ਤੇ ਚੋਈ ਸਰਵਰ ਦਾ ਕੋਈ ਮੁਕਾਬਲਾ ਤੇ ਨਹੀਂ ਸੀ ਨਾ ਹੈਗਾ। ਹੁਣ ਚੋਈ ਸਰਵਰ ਨੂੰ ਬਿਲਕੁਲ ਤੁਸੀਂ ਪਿੱਛੇ ਦੀਵਾਰ ਨਾਲ ਲਾ ਦਿਓ ਤੇ ਬੁਜ਼ਦਾਰ ਜਿਹੇ ਬੰਦੇ ਨੂੰ ਜਿਹਨੂੰ ਪਤਾ ਹੀ ਕੱਖ ਦਾ ਨਹੀਂ, ਉਹਨੂੰ ਲਿਆ ਕੇ ਤੁਸੀਂ ਕਹੋ ਸਭ ਕੁਝ ਉਹਨੂੰ ਦੇ ਦਿਓ 12 ਕਰੋੜ ਦੇ ਸੂਬੇ ਦੇ ਉੱਤੇ। ਉਹ ਇਖਤਲਾਫ ਮੌਜੂਦ ਸਨ। ਉਹ ਚੋਈ ਸਾਹਿਬ ਨੂੰ ਜਿਸਲੇ ਉਹਨਾਂ ਨਾਲ ਇਹ ਕੰਮ ਹੋਇਆ ਤੇ ਉਹਨਾਂ ਨੇ ਜਨਾਬ ਪਾਰਟੀ ਛੱਡਣ ਦਾ ਜਿਸਲੇ, ਤੇ ਮੈਂ ਚੂੰਕਿ ਉਹਨਾਂ ਦੇ ਨਾਲ ਸਾਂ, ਮੈਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਵੇਖੀਆਂ, ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦਾ ਹੀ ਠੀਕ ਹੈ, ਉਹਨਾਂ ਦੇ ਨਾਲ ਹੀ ਅਸੀਂ ਫਿਰ ਕਾਫ ਲੀਗ ਵਿੱਚ ਆ ਗਏ। ਕਾਫ ਲੀਗ ਦੇ ਵਿੱਚ ਤੁਹਾਡਾ ਸ਼ਾਮਲ ਹੋਣਾ ਹੈ ਕਿਸ ਹਸੀਅਤ ਦੇ ਵਿੱਚ? ਕੋਈ ਪੋਲੀਟੀਕਲ? ਮੈਂ ਅਸਲੇ ਜੀ ਪ੍ਰੈਜ਼ੀਡੈਂਟ ਹਾਂ ਲਾਹੌਰ ਦਾ। ਅੱਛਾ ਅੱਛਾ। ਲਾਹੌਰ ਦਾ ਪ੍ਰੈਜ਼ੀਡੈਂਟ ਹਾਂ ਤੇ ਸਾਨੂੰ ਇਲੈਕਸ਼ਨ ਲਈ ਵੀ ਟਿਕਟ ਮਿਲੇ ਸਨ, ਲੇਕਿਨ ਚੂੰਕਿ ਤੁਸੀਂ ਇਲੈਕਸ਼ਨ ਦੀ ਜੋ ਸੂਰਤ ਹਾਲ ਸੀ, ਤੁਹਾਨੂੰ ਪਤਾ ਹੈ ਕਿ ਪਾਰਟੀ ਦੇ ਪਰਵੇਜ਼ ਇਲਾਹੀ ਸਾਹਿਬ ਦਾ ਅਲੱਗ ਹੋਣਾ, ਫਿਰ ਇਹ ਪਾਰਟੀ ਦਾ ਉਸਲੇ ਜੋ ਮਾਮਲਾਤ ਬਣੇ ਉਹਦੇ 'ਚ ਮਤਲਬ ਸੀਟ ਐਡਜਸਟਮੈਂਟ ਦੀ ਗੱਲ ਚੱਲ ਰਹੀ ਸੀ, ਨਾ ਹੋ ਸਕੀ। ਉਸ ਵਜ੍ਹਾ ਤੋਂ ਚੋਈ ਸਰਵਰ ਸਾਹਿਬ ਥੋੜਾ ਨਾਰਾਜ਼ ਵੀ ਹੋਏ, ਮਤਲਬ ਇਹਨਾਂ ਮਾਮਲਾਤ ਨਾਲ ਉਹ ਨਹੀਂ ਸਨ ਚਾਹੁੰਦੇ ਕਿ ਅਸੀਂ ਮਤਲਬ ਇਹਨਾਂ PDM ਦਾ ਹਿੱਸਾ ਰਹੀਏ। ਲੇਕਿਨ ਚੋਈ ਸ਼ੁਜਾਤ ਸਾਹਿਬ ਨੇ ਉਸ ਵੇਲੇ ਜਿਹੜੀ ਉਹਨਾਂ ਨੇ ਆਪਣੀ ਜ਼ੁਬਾਨ ਕੀਤੀ ਹੋਈ ਸੀ ਸਾਰਿਆਂ ਨਾਲ, ਉਹਦੇ ਉੱਤੇ ਉਹ ਖੜੇ ਰਹੇ ਤੇ ਜਿੰਦੀ ਵਜ੍ਹਾ ਤੋਂ ਉਹਨਾਂ ਕੋਲ ਥੋੜਾ ਜਿਹਾ ਚੋਈ ਸਾਹਿਬ ਮਾਯੂਸੀ 'ਚ ਪਿੱਛੇ ਹੋ ਗਏ ਤੇ ਮੈਂ ਵੀ ਇਲੈਕਸ਼ਨ ਤੇ ਨਾ ਲੜ ਸਕਿਆ, ਲੇਕਿਨ ਅਸੀਂ ਖੈਰ ਉਹ ਜਿਹੜੇ ਸਾਡੇ ਮਤਲਬ ਨਾ ਇਤਾਦੀ ਹੈ ਸਨ ਉਹਨਾਂ ਨੂੰ ਸਪੋਰਟ ਕੀਤਾ ਤੇ ਉਸ ਤੋਂ ਬਾਅਦ ਪਾਰਟੀ ਵਾਸਤੇ ਇੱਥੇ ਹੁਣ ਮੈਂ ਐਜ਼ ਏ ਸਦਰ ਮੁਸਲਿਮ ਲੀਗ ਹਾਊਸ ਵਿੱਚ ਹੁਣ ਜਿੱਥੇ ਹੁਣ ਅਸੀਂ ਬੈਠੇ ਹਾਂ, ਇੱਥੇ ਬੈਠ ਕੇ ਕੋਈ ਜਿਹੜੀ ਮਾੜੀ ਮੋਟੀ ਖਿਦਮਤ ਅਸੀਂ ਕਰ ਪਾਉਂਦੇ ਹਾਂ ਉਹ ਲੋਕਾਂ ਦੀ ਕਰਨੇ, ਆਪਣੇ ਹਲਕੇ 'ਚ ਵੀ ਕੋਸ਼ਿਸ਼ ਕਰੀ ਦੀ ਹੈ ਔਰ ਉਹਦੇ ਲਈ ਸਾਡੇ ਕੋਲ ਅਲਹਮਦੁਲਿਲਾ ਚੋਈ ਸ਼ਾਫੀ ਹੁਸੈਨ ਸਾਹਿਬ ਕੋ 2 ਵਜ਼ਾਰਤਾਂ ਨੇ, ਸੂਬਾਈ ਚੋਈ ਸਾਲਕ ਸਾਹਿਬ ਕੋ 2 ਵਜ਼ਾਰਤਾਂ ਨੇ, ਮਤਲਬ ਉੱਥੇ ਮਰਕਜ਼ ਵਿੱਚ, ਤੇ ਬੜਾ ਅੱਛਾ ਕੰਮ ਕਰ ਰਹੇ ਨੇ ਜੀ, ਆਪਣੇ ਬਾਪ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ। ਮੀਆਂ ਸਾਹਿਬ, ਮੈਂ ਇਹ ਕਹਿ ਸਕਣਾ ਤੁਸੀਂ ਸਿਆਸਤ ਦਾ ਅਜੇ ਇੱਕ ਆਗਾਜ਼ ਹੀ ਕਰ ਰਹੇ ਹੋ, ਯਾਨੀ ਸੂਬਾਈ ਸਤਹ ਤੇ ਵੀ ਤੁਸੀਂ ਅਜੇ ਇਲੈਕਸ਼ਨ ਨਹੀਂ ਲੜਿਆ, ਤੁਸੀਂ ਇਨ ਸਟਰਗਲ ਹੋ। ਮੇਰਾ ਖਿਆਲ ਹੈ ਕਿ ਸਾਡੇ ਸ਼ਾਇਦ ਗੱਲ ਇਹ ਸਮਝੀ ਜਾਂਦੀ ਹੈ ਕਿ ਸਿਆਸਤ ਜਿਹੜਾ ਬੰਦਾ ਇਲੈਕਸ਼ਨ ਲੜੇ ਉਹ ਹੀ ਹੈ, ਲੇਕਿਨ ਮੇਰਾ ਖਿਆਲ ਹੈ ਕਿ ਪਾਰਟੀਆਂ ਦੇ ਵਿੱਚ ਰਹਿ ਕੇ ਜਾਂ ਪਾਰਟੀਆਂ ਦੇ ਨਾਲ ਚੱਲ ਕੇ ਜਿਹੜਾ ਅਸਲ ਤੇ ਕੰਮ ਉਹ ਹੈ। ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਤਨਜ਼ੀਮ ਦੀ ਬੜੀ ਕਦਰ ਹੈ, ਪਾਰਟੀ ਅਹੁਦੇਦਾਰਾਂ ਦੀ ਬੜੀ ਕਦਰ ਹੈ, ਉਹ ਪਾਰਟੀ ਨੂੰ ਬਣਾਉਣ ਵਾਲੇ ਪਾਰਟੀ ਜਿਹੜੀ ਲੈ ਕੇ ਅਸਲ ਤੇ ਉਹ ਚੱਲ ਰਹੀ ਹੁੰਦੀ ਹੈ, ਮੈਨੀਫੈਸਟੋ ਤੇ ਪਾਰਟੀ ਦਾ ਹੁੰਦਾ ਹੈ, ਠੀਕ ਹੈ। ਲੇਕਿਨ ਚੂੰਕਿ ਇੱਥੇ ਬਿਲਕੁਲ ਗੰਗਾਈ ਉਲਟੀ ਹੈ, ਇੱਥੇ ਦੇ MP MNA ਵੱਡਾ ਹੈ, ਪਾਰਟੀ ਦਾ ਸਦਰ ਭਾਵੇਂ ਪਾਕਿਸਤਾਨ ਦਾ ਹੋਵੇ ਤੇ ਭਾਵੇਂ ਉਹ ਸੂਬਾਈ ਹੋਵੇ ਤੇ ਭਾਵੇਂ ਉਹ ਕਿਸੇ ਸ਼ਹਿਰ, ਉਹਦੀ ਉਹ ਪੋਜੀਸ਼ਨ ਇਸ ਲਈ ਨਹੀਂ ਹੁੰਦੀ ਕਿਉਂਕਿ ਅਸੀਂ ਤਨਜ਼ੀਮਾਂ ਨੂੰ ਜਾਂ ਪਾਰਟੀਆਂ ਨੂੰ ਉਸ ਤਰੀਕੇ ਦੇ ਨਾਲ ਅਹਿਮੀਅਤ ਨਹੀਂ ਦਿੱਤੀ ਜਿੰਦੀ ਵਜ੍ਹਾ ਤੋਂ। ਔਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਦੇ ਜਮਹੂਰੀ ਕਲਚਰ ਕਿਉਂ ਪ੍ਰਵਾਨ ਨਹੀਂ ਚੜ ਰਿਹਾ, ਇਹ ਸਭ ਤੋਂ ਅਹਿਮ ਗੱਲ ਹੈਗੀ ਹੈ ਮੀਆਂ ਸਾਹਿਬ। ਜਿਸ ਵੇਲੇ ਇੱਕ ਪਾਰਟੀ ਦਾ ਲੀਡਰ ਕਹੇ ਟਿਕਟ ਮੈਂ ਦਿਆਂਗਾ, ਮੁਜ਼ਾਕਰਾਤ ਜਿਹੜੇ ਨੇ ਤੁਸੀਂ ਭਾਵੇਂ 100 ਬੈਠਕਾਂ ਕਰ ਲਓ, ਮੈਂ ਜੋ ਕਵਾਂਗਾ ਉਹ ਹੋਏਗਾ, ਇਸ ਤਰ੍ਹਾਂ ਤੇ ਨਹੀਂ ਹੁੰਦਾ। ਇਹ ਡੈਮੋਕ੍ਰੈਟਿਕ ਕਲਚਰ ਤੇ ਨਹੀਂ ਹੈ ਨਾ।
ਇਸ ਵਜ੍ਹਾ ਤੋਂ ਮੈਂ ਸਮਝਦਾ ਵਾਂ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਤਨਜ਼ੀਮੀ ਜਿਹੜੇ ਤੁਹਾਡੇ ਮਤਲਬ ਹੈ ਅਹੁਦੇਦਾਰਾਨ ਨੇ, ਹੂੰ ਤੁਹਾਡੀ ਜਿਹੜੀ ਤਨਜ਼ੀਮ ਹੈ ਉਹਨੂੰ ਤਗੜਾ ਨਹੀਂ ਕਰਦੇ, ਹੂੰ ਉਨੀ ਦੇਰ ਤੱਕ ਮੈਂ ਨਹੀਂ ਸਮਝਦਾ ਕਿ ਜਮਹੂਰੀ ਕਲਚਰ ਪ੍ਰਵਾਨ ਚੜ੍ਹ ਸਕਦਾ ਤੇ ਕਿਸੇ ਵੀ ਮੁਲਕ ਦੀ ਜਮਹੂਰੀਅਤ ਅੱਗੇ ਜਾ ਸਕਦੀ ਹੈ। ਇੱਕ ਨਵਾਂ ਆਦਮੀ ਜਿਹਦੇ ਅੰਦਰ ਜਜ਼ਬਾ ਹੈ ਮੁਲਕ ਦੀ ਖਿਦਮਤ ਕਰਨ ਦਾ, ਕਮਿਟਮੈਂਟ ਹੈ ਕੋਈ, ਉਹਦੇ ਵਾਸਤੇ ਕੀ ਮੁਸ਼ਕਲਾਤ ਸਮਝਦੇ ਹੋ ਕਿ ਸਿਆਸਤ ਦੇ ਮੈਦਾਨ ਦੇ ਵਿੱਚ ਇਸ ਵਕਤ ਉਹਨੂੰ ਫੇਸ ਕਰਨਾ ਉਹ ਪੈ ਸਰ ਰਿਹਾ? ਉਹਦੇ ਲਈ ਮੁਸ਼ਕਲਾਤ ਇਹ ਨੇ ਕਿ ਚੂੰਕਿ ਹਾਲੀ ਅਸੀਂ ਉਹ ਰਵਾਇਤੀ ਜਿਹੜੀ ਇੱਕ ਸਿਆਸਤ ਹੈ, ਜਿਹੜੀ ਇੱਕ ਮਤਲਬ ਹੈ ਖਾਨਦਾਨਾਂ ਦੇ ਵਿੱਚ ਹੈ, ਜਿਹੜੀ ਇੱਕ ਮਤਲਬ ਇੱਥੇ ਉਹ ਜਿਹੜਾ ਕਲਚਰ ਅੱਜ ਤੱਕ ਹੈ ਵੇ ਸਿਫਾਰਸ਼ੀ ਔਰ ਤਾਲਕ ਵਾਸਤਾ ਔਰ ਉਹ ਸਾਰਾ ਉਹਦੇ 'ਚ ਬਰਾਦਰੀਆਂ, ਹਾਲਾਂਕਿ ਹੁਣ ਤੇ ਕਾਫੀ ਚੀਜ਼ਾਂ ਇਹਦੇ ਤੋਂ ਅੱਗੇ ਜਾ ਰਹੀਆਂ ਨੇ, ਹੁਣ ਹੂੰ ਫਰਕ ਆ ਰਿਹਾ, ਹੂੰ ਲੇਕਿਨ ਹਾਲੀ ਵੀ ਸਾਨੂੰ ਵਕਤ ਲੱਗੇਗਾ, ਕਿਉਂਕਿ ਜਿੰਨੀ ਦੇਰ ਤੱਕ ਇਹੋ ਹੀ ਚੀਜ਼ ਵਾਸਤੇ ਲੋਕ ਇਮਰਾਨ ਖਾਨ ਦੇ ਪਿੱਛੇ ਗਏ ਸਨ, ਗੱਲਾਂ ਉਹਨੇ ਸਾਰੀਆਂ ਇਹੋ ਹੀ ਕੀਤੀਆਂ ਹੂੰ ਨੇ। ਹੂੰ ਲੇਕਿਨ ਦੁੱਖ ਦੀ ਗੱਲ ਹੈ ਕਿ ਜਿਸ ਵੇਲੇ ਅਹੁਦੇ ਦਿੱਤੇ, ਜਿਸ ਵੇਲੇ ਵਜ਼ਾਰਤਾਂ ਦਿੱਤੀਆਂ, ਹੂੰ ਜਿਸ ਵੇਲੇ ਉਹ ਸਾਰੇ ਹੀ ਕੰਮ ਕੀਤੇ ਔਰ ਉਹਨੇ ਆਪਣੇ ਇਰਦ ਗਿਰਦ ਜਿੰਨੇ ਲੋਕ ਸਨ, ਹੂੰ ਬਦਕਿਸਮਤੀ ਦੇ ਨਾਲ ਉਹ ਹੀ ਲੋਕ ਸਨ ਸਾਰੇ ਰਵਾਇਤੀ ਜੋ ਸਨ। ਪੁਰਾਣਾ ਬਾਕੀ ਪਾਰਟੀਆਂ ਦਾ ਕਲਚਰ ਰਿਹਾ ਉਸ ਤੋਂ ਹਟ ਕੇ ਕੁਝ ਵੀ ਨਹੀਂ ਹੋਇਆ। ਹੂੰ ਇਹ ਸੂਰਤ ਹਾਲ ਜਿਹੜੀ ਹੈ ਨਾ ਉਹ ਮੇਰਾ ਖਿਆਲ ਹੈ ਕਿ ਬਹੁਤ ਜਿਹਨੇ ਡੈਮੇਜ ਕੀਤਾ ਪਾਕਿਸਤਾਨ ਦੀ ਸਿਆਸਤ ਨੂੰ। ਪਾਕਿਸਤਾਨ ਦੇ ਵਿੱਚ ਬਾਕੀ ਸਭ ਦੀ ਮੁਸ਼ਕਲਾਤ ਦਾ ਜ਼ਿਕਰ ਹੁੰਦਾ ਹੈ, ਸਿਆਸਤਦਾਨਾਂ ਨੂੰ ਕੀ ਮੁਸ਼ਕਲਾਤ ਪੇਸ਼ ਆਉਂਦੀਆਂ ਨੇ ਕਿ ਉਹ ਡਿਲੀਵਰ ਨਹੀਂ ਕਰ ਪਾਉਂਦੇ? ਸਰ ਉਹ ਜਿੰਨੀ ਦੇਰ ਤੱਕ ਮੈਂ ਦੱਸਿਆ ਨਾ ਕਿ ਆਪਣੀਆਂ ਜਮਾਤਾਂ ਦੇ ਅੰਦਰ ਉਹ ਜਮਹੂਰੀਅਤ ਨਹੀਂ ਲਿਆਂਦੇ, ਜਿੰਨੀ ਦੇਰ ਤੱਕ ਉਹ ਆਪਣੀ ਆਵਾਮ ਦੇ ਉੱਤੇ ਇਨਹਿਸਾਰ ਨਹੀਂ ਕਰਦੇ, ਜਿੰਨੀ ਦੇਰ ਤੱਕ ਉਹ ਆਪਣੇ ਉਸ ਆਇਨ ਔਰ ਕਾਨੂੰਨ ਦੇ ਵਿੱਚ ਰਹਿ ਕੇ ਜੋ ਔਰ ਆਪਣੇ ਪਾਰਟੀ ਦੇ ਮੈਨੀਫੈਸਟੋ ਦੇ ਉੱਤੇ ਨਹੀਂ ਚੱਲਦੇ, ਕਿਉਂਕਿ ਇਹ ਸਾਰਾ ਕੁਝ ਲਿਖਿਆ ਜ਼ਰੂਰ ਹੈ, ਇਲੈਕਸ਼ਨ ਐਵੇਂ ਨਾਂ ਦੇ ਜ਼ਰੂਰ ਨੇ, ਹਰ ਚੀਜ਼ ਨਾਂ ਦੀ ਹੈ। ਇੱਥੇ ਚੁੱਕ ਕੁਝ ਚੀਜ਼ਾਂ ਜਿਨ੍ਹਾਂ ਨੂੰ ਮਤਲਬ ਹੈ ਤੁਸੀਂ ਬਹੁਤ ਸਿਆਸਤਦਾਨ ਆਪਣੀ ਸਪੇਸ ਇੰਨੀ ਘਟਾ ਚੁੱਕੇ ਨੇ ਕਿ ਇੱਥੇ ਉਹਨਾਂ ਦਾ ਰੋਲ ਬੜਾ ਮੁਖਤਸਰ ਰਹਿ ਗਿਆ, ਕਿਉਂਕਿ ਜਿਹੜੇ ਹਕੂਮਤੀ ਪਾਰਟੀ ਹੁੰਦੀ ਹੈ ਜਾਂ ਜਿਸ ਤਰ੍ਹਾਂ ਅਸੀਂ ਹਲਾਈ ਹੈ, ਇਹ ਤਾਂ ਡਰਦੇ ਗੱਲ ਹੀ ਨਹੀਂ ਕਰਦੇ ਨਾ, ਗੱਲ ਕੋਈ ਨਹੀਂ ਕਰਦਾ। ਲੇਕਿਨ ਮੈਂ ਹਮੇਸ਼ਾ ਆਪਣਾ ਮੌਕਫ ਦੱਸਣਾ ਕਿ ਵੇਖੋ ਜੀ ਗੱਲ ਹੈਗੀ ਕਿ ਇਸ ਵੇਲੇ ਅਸੀਂ ਕੁਝ ਅਦਾਰੇ ਉਹ ਬਹੁਤ ਮਤਲਬ ਹੈ ਨਾ ਉਹ ਅੱਗੇ ਜਾ ਕੇ ਹਰ ਚੀਜ਼ ਉਹਨਾਂ ਦੇ ਕੰਟਰੋਲ ਵਿੱਚ, ਔਰ ਅਸੀਂ ਆਪਣੇ ਸਿਆਸਤਦਾਨਾਂ ਨੇ ਹੱਥ ਵੱਢ ਕੇ ਆਪ ਜਿਹੜੇ ਨੇ ਨਾ ਔਰ ਇੱਕ ਦੂਜੇ ਦੀ ਮੁਖਾਲਫਤ ਵਿੱਚ ਅਸੀਂ ਇਹ ਕੰਮ ਕਰ ਲਏ, ਤੇ ਜਿੰਨੀ ਦੇਰ ਤੱਕ ਅਸੀਂ ਇਹਦੇ ਤੋਂ ਨਹੀਂ ਨਿਕਲਦੇ, ਮੈਂ ਨਹੀਂ ਸਮਝਦਾ ਕਿ ਅਸੀਂ ਉਨੀ ਦੇਰ ਜਿਹੜਾ ਨਾ ਅਸੀਂ ਕਾਮਯਾਬ ਹੋ ਸਕੀਏ। ਜਿਸ ਵੇਲੇ ਅਸੀਂ ਇੱਕ ਕਰ ਲਵਾਂਗੇ ਤੇ ਇਨਸ਼ਾਅੱਲਾ ਮੈਂ ਸਮਝਦਾ ਕਿ ਪਾਕਿਸਤਾਨ ਦੇ ਵਿੱਚ ਵੀ ਬਿਹਤਰੀ ਆ ਜਾਏ। ਪਾਕਿਸਤਾਨ ਦੀ ਸਿਆਸਤ ਦਾ ਇੱਕ ਬਹੁਤ ਵੱਡਾ ਅਲਮੀਆ ਜਿਹੜਾ ਪਾਕਿਸਤਾਨ ਦੇ ਵਿੱਚ ਬਹੁਤ ਘੱਟ ਡਿਸਕਸ ਹੁੰਦਾ ਹੈ ਜਾਂ ਡਿਸਕਸ ਹੁੰਦਾ ਹੀ ਨਹੀਂ, ਉਹ ਇਹ ਕਿ ਅਸੀਂ ਸਿਆਸਤ ਦੇ ਵਿੱਚ ਮਜ਼ਹਬ ਨੂੰ ਇਸਤੇਮਾਲ ਕਰਨੇ ਆ। ਤੁਸੀਂ ਨਹੀਂ ਸਮਝਦੇ ਕਿ ਇਹ ਪਾਕਿਸਤਾਨ ਦੀ ਸਿਆਸਤ ਦੇ ਵਿੱਚ, ਤਰੱਕੀ ਦੇ ਵਿੱਚ, ਅਮਨ ਅਮਾਨ ਦੇ ਵਿੱਚ ਬਹੁਤ ਬੜੀ ਰੁਕਾਵਟ ਹੈ? ਮੇਰਾ ਖਿਆਲ ਹੈ ਕਿ ਅਸੀਂ 1947 ਜਦੋਂ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਇਸਤੇਮਾਲ ਜ਼ਰੂਰ ਇਸ ਗੱਲ ਨੂੰ ਕਰ ਰਹੇ ਹਾਂ, ਹਰ ਪਾਰਟੀ ਇਸਤੇਮਾਲ ਕਰਦੀ ਪਈ, ਇਹਨੂੰ ਅਸੀਂ ਪੂਰੀ ਤਰ੍ਹਾਂ ਜਾਂ ਤੇ ਅਸੀਂ ਲਾਗੂ ਕਰ ਲਈਏ ਨਾ, ਅਸੀਂ ਬਦਕਿਸਮਤੀ ਦੇ ਨਾਲ ਇਹਨੂੰ ਅੱਜ ਤੱਕ ਇਸਤੇਮਾਲ ਕੀਤਾ, ਤੇ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਇਸਤੇਮਾਲ ਕਰਨ ਲਈ ਕਰੋਗੇ ਔਰ ਉਹਦੀ ਰੂਹ ਵੱਲੇ ਨਹੀਂ ਜਾਓਗੇ ਤੇ ਉਹਦਾ ਨੁਕਸਾਨ ਹੋਏਗਾ। ਹਾਂ, ਅਗਰ ਤੁਸੀਂ ਨੇਕ ਨੀਤੀ ਦੇ ਨਾਲ ਉਹਦੇ ਉੱਤੇ ਕਰੋਗੇ ਤੇ ਫਿਰ ਠੀਕ ਹੈ, ਲੇਕਿਨ ਉਹ ਕੋਈ ਵੀ, ਉਹ ਮਜ਼ਹਬੀ ਜਮਾਤਾਂ ਨੇ ਉਹ ਵੀ ਇਸਤੇਮਾਲ ਕਰ ਰਹੀਆਂ ਨੇ, ਉਹ ਸਿਆਸੀ ਜਮਾਤਾਂ ਨੇ ਉਹ ਵੀ ਇਸਤੇਮਾਲ ਕਰ ਰਹੀਆਂ ਨੇ, ਉਹ ਇੱਕ ਜਿਹੜਾ ਕਹਿੰਦੇ ਨਾ ਮਜ਼ਹਬੀ ਟੱਚ, ਉਹ ਟੱਚ ਦੀ ਹੱਦ ਤੱਕ ਹੀ ਹੈ, ਸਿਰਫ ਲੋਕਾਂ ਨੂੰ ਥੋੜਾ ਜਿਹਾ ਆਪਣੇ ਲਈ ਅਟਰੈਕਟ ਕਰਨ ਵਾਸਤੇ ਉਹ ਹੈ ਵੇ, ਜਦੋਂ ਕਿ ਦੇਖੋ ਇਹ ਉਦੋਂ ਤੱਕ ਤੇ ਮੁਮਕਿਨ ਹੀ ਨਹੀਂ ਜਦੋਂ ਤੁਸੀਂ ਆਪਣੇ ਤੇ ਲਾਗੂ ਨਾ ਕਰੋ। ਹਾਂ, ਦੇਖੋ ਜੀ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਜੇ, ਸਭ ਤੋਂ ਪਹਿਲੇ ਉਹਨਾਂ ਨੇ ਆਪਣੇ ਤੇ ਲਾਗੂ ਕੀਤਾ, ਜਿਸ ਲਈ ਉਹਨਾਂ ਨੇ ਆਪਣੇ ਤੇ ਲਾਗੂ ਕਰ ਲਿਆ ਤੇ ਉਸ ਤੋਂ ਬਾਅਦ ਜਾ ਕੇ ਮਾਮਲੇ ਹੋਏ ਨੇ। ਤੇ ਅਗਰ ਤੁਸੀਂ ਕੋਈ ਮਜ਼ਹਬੀ ਗੱਲ ਕਰਨੀ ਹੈ, ਸਿਆਸੀ ਜਮਹੂਰੀ ਕੋਈ ਵੀ ਗੱਲ ਕਰਨੀ, ਜਿੰਦੇ ਤੋਂ ਤੁਸੀਂ ਉਹਨੂੰ ਆਪਣੇ ਉੱਤੇ ਲਾਗੂ ਨਹੀਂ ਕਰਦੇ, ਮੈਂ ਨਹੀਂ ਸਮਝਦਾ ਕਿ ਤੁਸੀਂ ਉਹਦਾ, ਔਰ ਵਰਨਾ ਨੁਕਸਾਨ ਹੀ ਨੁਕਸਾਨ। ਅੱਛਾ, ਜਿਨਾਹ ਸਾਹਿਬ ਨੇ ਜਿਹੜੀ 11 ਅਗਸਤ ਨੂੰ ਤਕਰੀਰ ਕੀਤੀ ਸੀ ਉਹਦੇ ਵਿੱਚ ਇਹ ਕਿਹਾ ਕਿ ਮਜ਼ਹਬ ਲੋਕਾਂ ਦਾ ਜ਼ਾਤੀ ਮਾਮਲਾ ਹੋਏਗਾ ਔਰ ਰਿਆਸਤ ਦੇ ਨਜ਼ਦੀਕ ਸਾਰੇ ਸ਼ਹਿਰੀ ਇਕੁਅਲ ਹੋਣਗੇ। ਤੁਸੀਂ ਕੀ ਸਮਝਦੇ ਹੋ ਕਿ ਇਹ ਜ਼ਿਆਦਾ ਬਿਹਤਰ ਰਸਤਾ ਨਹੀਂ ਹੈ? ਸੀ ਸਰ ਇਹ ਮਾਮਲਾ ਜਿਹੜਾ ਸੀ ਕਾਇਦੇ ਆਜ਼ਮ ਦਾ ਕਿ ਵੀ ਤੁਸੀਂ ਆਜ਼ਾਦ ਹੋ ਆਪਣੇ ਮਜ਼ਹਬ ਲਈ, ਤੁਸੀਂ ਆਪਣੇ ਮਤਲਬ ਆਬਾਦਾਤ ਲਈ ਆਜ਼ਾਦ ਹੋ, ਤੁਸੀਂ ਚਰਚ ਵਿੱਚ ਜਾਓ, ਤੁਸੀਂ ਮੰਦਰ ਵਿੱਚ ਜਾਓ, ਤੁਸੀਂ ਮਸਜਿਦ ਵਿੱਚ ਜਾਓ, ਤੁਸੀਂ ਆਜ਼ਾਦ ਹੋ, ਮਜ਼ਹਬ ਇਹ ਮਸਲਾ ਨਹੀਂ ਹੋਏਗਾ, ਇੱਥੇ ਤਮਾਮ ਇਕੁਅਲ ਹੋਣਗੇ। ਇਹ ਦੇਖੋ ਇੱਕ ਲੀਡਰ ਦਾ, ਔਰ ਇਹ ਇੱਥੋਂ ਹੀ ਨਹੀਂ, ਇਹ ਤੁਸੀਂ ਅਗਰ ਇਸਲਾਮ ਦੀ ਵੀ ਤਾਲੀਮਾਤ ਨੂੰ ਦੇਖੋਗੇ ਤੇ ਉਹਦੇ ਵਿੱਚ ਵੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਅਗਰ ਕੋਈ ਇਹਨਾਂ ਦੇ ਨਾਲ ਜ਼ਿਆਦਤੀ ਕਰੇਗਾ, ਅਕਲੀਤਾਂ ਦੇ ਨਾਲ, ਇਹਨਾਂ ਦੀ ਕੋਈ ਚੀਜ਼ ਤੋੜੇਗਾ, ਉੱਥੋਂ ਕੋਈ ਮਤਲਬ ਹੈ ਉੱਥੋਂ ਜਿਹੜਾ ਉਹਨਾਂ ਕੋਲੋਂ ਕੋਈ ਚੀਜ਼ ਲੈ ਆਏਗਾ ਇਹਨਾਂ ਦੇ ਉੱਥੋਂ ਜ਼ਬਰਦਸਤੀ, ਯਾਨੀ ਜਿਹਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਲੁੱਟਣ ਵਾਲੀ ਗੱਲ ਕਰੇਗਾ, ਤੇ ਮੈਂ ਇਹਨਾਂ ਦਾ ਵਕੀਲ ਬਣ ਕੇ ਕਿਆਮਤ ਵਾਲੇ ਦਿਨ
ਹੂੰ ਸਾਹਮਣੇ ਖੜਾ ਹੋਵਾਂਗਾ, ਹੂੰ ਹੂੰ ਠੀਕ ਹੈ। ਹੂੰ ਉਹ ਇਹ ਸਾਡੀ ਜ਼ਿੰਮੇਵਾਰੀ ਨੇ, ਹੂੰ ਮਤਲਬ ਜਿੱਥੇ ਤੁਸੀਂ ਦੇਖੋ ਨਾ ਅਸੀਂ 97% ਆ, ਹੂੰ ਸਿਰਫ 3% ਤੁਹਾਡੀ ਜਿਹੜੀ ਹੈ ਨਾ ਅਕਲੀਤਾਂ ਉਹ ਨੇ ਅਕਲੀਤਾਂ ਨੇ, ਹਾਂ ਹਾਂ ਤੇ ਉਹ ਸਾਡੀ ਜ਼ਿੰਮੇਵਾਰੀ ਨੇ। ਜ਼ਿੰਮੇਵਾਰੀ ਜਦੋਂ ਨੇ ਉਹਨਾਂ ਨੇ ਔਰ ਛੋਟੇ ਉਹਨਾਂ ਹੋ ਤੋਂ ਕੇ, ਕੋਈ ਖਤਰਾ ਨਹੀਂ ਹੋ ਉਹਨਾਂ ਸਕਦਾ ਕੋਲੋਂ ਖਤਰਾ ਵੀ ਕੋਈ ਨਹੀਂ, ਤੇ ਹਾਂ ਉਹ ਤੇ ਸਾਡੀ ਜ਼ਿੰਮੇਵਾਰੀ ਨੇ। ਹੂੰ ਅਸੀਂ ਉਹਨਾਂ ਨੂੰ ਤਹਫ਼ਜ਼ ਵੀ ਦੇਣਾ ਹੈ, ਹੂੰ ਅਸੀਂ ਉਹਨਾਂ ਦਾ ਖਿਆਲ ਵੀ ਰੱਖਣਾ ਹੈ, ਹੂੰ ਔਰ ਅਸੀਂ ਉਹਨਾਂ ਦੇ ਹਕੂਕ ਨੂੰ ਜਿਹੜਾ ਹੈ ਨਾ ਉਹ ਆਪਣੇ ਨਾਲ ਉਸ ਤਰ੍ਹਾਂ ਹੀ ਮਤਲਬ ਤੱਕ। ਔਰ ਦੁਨੀਆ ਦੇ ਵਿੱਚ ਵੀ ਤੁਸੀਂ ਦੇਖੋ ਕਿ ਅੱਜ ਹਾਲਾਂਕਿ ਇੱਥੇ ਦੁਨੀਆ ਜਿਸ ਤੋਂ ਵੀ ਜ਼ਿਆਦਾ ਹੋ ਰਹੇ ਨੇ ਮਾਮਲਾਤ, ਹੂੰ ਹੂੰ ਲੇਕਿਨ ਅਸੀਂ ਤੇ ਇਹਨੂੰ ਉਹ ਮਤਲਬ ਹੈ ਨਾ ਬਾਹਰ ਦੁਨੀਆ ਦੇ ਸਾਹਮਣੇ ਆਪਣਾ ਚਿਹਰਾ ਵੀ ਜਿਹੜਾ ਹੈ ਨਾ ਉਹਨੂੰ ਮਤਲਬ ਉਹ ਅੱਛਾ ਵਿਖਾ ਹੀ ਨਹੀਂ ਸਕੇ ਕਿ ਵੀ ਅਸੀਂ ਇਸ ਤਰ੍ਹਾਂ ਦੇ ਨਹੀਂ ਹੈਗੇ। ਸਾਡੇ ਇੱਥੇ ਅਕਲੀਤਾਂ ਦੇ ਨਾਲ ਉਸ ਤਰ੍ਹਾਂ ਦਾ ਮਾਮਲਾ ਨਹੀਂ ਹੈਗਾ ਜਿਸ ਤਰ੍ਹਾਂ ਦਾ ਬਾਕੀ ਇੰਡੀਆ ਦਾ ਤੁਸੀਂ ਤੁਹਾਡੇ ਸਾਹਮਣੇ ਉੱਥੇ ਤੇ ਇੰਤਹਾ ਹੋ ਗਈ ਹੈ। ਉਹ ਗੱਲ ਜ਼ਰੂਰ ਕਰਦੇ ਪਏ ਨੇ, ਲੇਕਿਨ ਜੋ ਮੁਸਲਮਾਨਾਂ ਦਾ ਹਾਲ ਹੈ, ਜੋ ਸਿੱਖਾਂ ਦਾ ਹਾਲ ਹੈ, ਜੋ ਕ੍ਰਿਸਚਨਾਂ ਦਾ ਹਾਲ ਹੈ, ਉਹ ਉਹਨਾਂ ਨੂੰ ਇੱਕ ਪੁੱਛ ਕੇ ਵੇਖੇ ਕਿ ਉੱਥੇ ਕੀ ਹੋ ਰਿਹਾ। ਮੀਆਂ ਸਾਹਿਬ ਇੰਡੀਆ ਦੇ ਨਾਲ ਜਾਂ ਕਿਸੇ ਦੂਸਰੇ ਮੁਲਕ ਦੇ ਨਾਲ ਕੰਪੇਅਰ ਕਰਨਾ ਮੇਰਾ ਖਿਆਲ ਹੈ ਮੁਸ਼ਕਲ ਇਸ ਵਾਸਤੇ ਹੈ, ਕਿਸੇ ਰਿਆਸਤ ਨੂੰ ਤੁਸੀਂ ਦੇਖਣਾ ਹੋਏ ਤੇ ਉਹਦਾ ਕਨਸਟੀਟਿਊਸ਼ਨ ਹੁੰਦਾ ਹੈ। ਇੰਡੀਵਿਜੂਅਲੀ ਸ਼ਹਿਰੀਆਂ ਦੇ ਦਰਮਿਆਨ ਕੋਈ ਤਜ਼ਾਦਾਤ ਹੋ ਸਕਦੇ ਨੇ, ਰਿਆਸਤੀ ਸਤ੍ਹਾ ਤੇ ਉੱਥੇ ਆਇਨ ਜਿਹੜਾ ਉਹ ਡੈਮੋਕ੍ਰੇਟਿਕ ਹੈ, ਉਹ ਸੈਕੂਲਰ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੈ। ਬਾਕੀ ਇੰਡੀਵਿਜੂਅਲ ਠੀਕ ਹੈ ਮਾਮਲਾਤ ਹੋ ਜਾਂਦੇ ਨੇ। ਮੈਂ ਇਹਦੇ ਤੇ ਤੁਸੀਂ ਦੇਖੋ ਕਿ ਉਹਨਾਂ ਦੀ ਜਿਹੜੀ ਹੁਣ ਦੀ ਮੌਜੂਦਾ ਲੀਡਰਸ਼ਿਪ ਪਿਛਲੇ ਇੱਕ ਦੋ ਅਦਵਾਰ ਤੋਂ ਉਹਨਾਂ ਨੇ ਤੇ ਇੰਤਹਾ ਕਰ ਦਿੱਤੀ, ਬਲਕਿ ਉਹਨਾਂ ਨੇ ਆਪਣੇ ਇਕਤਦਾਰ ਲਈ, ਆਪਣੇ ਵੋਟ ਲਈ ਉਹਨਾਂ ਨੇ ਤੇ ਜਿਹੜਾ ਨਾ ਦੇਖੋ ਮਜ਼ਹਬ ਨੂੰ ਪੂਰਾ ਇਸਤੇਮਾਲ ਕੀਤਾ ਔਰ ਉਹ ਲੋਕਾਂ ਦੇ ਨਾਲ ਬਹੁਤ ਜ਼ਿਆਦਤੀ ਕੀਤੀ। ਔਰ ਬਲਕਿ ਇਹ ਇਸ ਦੇ ਵਿੱਚ ਤੇ ਦੇਖਾਂਗੇ ਕਿ ਅੱਜ ਤੁਸੀਂ ਦੇਖੋ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਨਾ ਇਨਸਾਨੀ ਹਕੂਕ ਦੀ ਗੱਲ ਕਰਨ ਵਾਲੀਆਂ ਤਨਜ਼ੀਮਾਂ ਗਜ਼ਾ ਦੇ ਬਾਰੇ ਸੁੱਤੀਆਂ ਹੋਈਆਂ ਨੇ, ਔਰ ਉੱਥੇ ਤੁਸੀਂ ਦੇਖੋ ਕਿ ਆਪਣੇ ਮੁਲਕਾਂ ਦੇ ਵਿੱਚ ਉਹ ਕਿਸੇ ਕੁੱਤੇ ਬਿੱਲੀ ਦੇ ਵੀ ਤਹਫ਼ਜ਼ ਕਰਦੇ ਨੇ ਉਹਦੀ ਜਾਨ ਦਾ ਵੀ, ਲੇਕਿਨ ਇੱਥੇ ਇਨਸਾਨੀ ਜਾਨਾਂ ਨਾਲ ਵੀ ਜੋ ਹੋ ਰਿਹਾ ਬਜਾਏ ਇਸ ਦੇ ਕਿ ਉਹਨਾਂ ਦਾ ਨਾਲ ਉਹ ਇਹ ਜੰਗਬੰਦੀ ਬਹੁਤ ਪਹਿਲੇ ਹੋ ਸਕਦੀ ਸੀ। ਲੇਕਿਨ ਇਹ ਦੋਗਲਾ ਮਿਆਰ ਹੈ ਦੁਨੀਆ ਦੇ ਵਿੱਚ, ਇਹਦੇ ਉੱਤੇ ਮੇਰਾ ਖਿਆਲ ਹੈ ਕਿ ਅਸੀਂ, ਤੁਹਾਡੀ ਗੱਲ ਇਹ ਜ਼ਿਆਦਾ ਵੱਡੀ ਕਿ ਅਸੀਂ ਆਪਣੇ ਘਰ ਨੂੰ ਵੇਖੀਏ, ਉਹ ਹਾਂ ਜ਼ਿਆਦਾ ਜ਼ਿਆਦਾ ਇਹ ਉਹ ਕਿ ਅਸੀਂ ਜ਼ਿਆਦਾ ਆਪਣੇ 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 ਘਰ ਆਪਣੇ ਨੂੰ ਘਰ ਨੂੰ ਵੇਖੀਏ ਕਿ ਦੇਖੀਏ। ਅਸੀਂ ਆਪਣਾ ਘਰ ਬਿਹਤਰ ਕਰੀਏ। ਅੱਛਾ ਮੀਆਂ ਸਾਹਿਬ, ਇਸ ਵਕਤ ਜਿਹੜੀ ਸੂਰਤ-ਏ-ਹਾਲ ਹੈ ਕਿ ਜਿਹੜੇ ਗੈਰ ਮੁਸਲਿਮ ਨੇ, ਹਿੰਦੂ ਨੇ, ਈਸਾਈ ਨੇ, ਸਿੱਖ ਨੇ, ਕੋਈ ਵੀ ਨੇ, ਉਹ ਇਕੁਅਲ ਟੈਕਸ ਪੇ ਕਰਦੇ ਨੇ। ਯਾਨੀ ਅਸੀਂ ਕੋਈ ਚੀਜ਼ ਜਿਸ ਤਰ੍ਹਾਂ ਪਰਚੇਜ਼ ਕਰਨੇ ਆ ਤੇ ਟੈਕਸ ਅਸੀਂ ਪੇ ਕਰਨੇ ਆ, ਉਸੇ ਤਰ੍ਹਾਂ ਹੀ ਗੈਰ ਮੁਸਲਿਮ ਵੀ ਟੈਕਸ ਪੇ ਕਰਦਾ ਹੈ। ਲੇਕਿਨ ਕਨਸਟੀਟਿਊਸ਼ਨਲੀ ਯਾਨੀ ਕਾਨੂੰਨੀ ਤੌਰ ਤੇ, ਆਈਨੀ ਤੌਰ ਤੇ ਅਸੀਂ ਉਹਨਾਂ ਨੂੰ ਬਰਾਬਰ ਹਕੂਕ ਨਹੀਂ ਦਿੰਦੇ। ਕਿਆ ਤੁਸੀਂ ਇਹ ਸਮਝਦੇ ਨਹੀਂ ਕਿ ਇਹ ਗਲਤ ਹੈ, ਮੇਰਾ ਖਿਆਲ ਹੈ ਕਿ ਨਾਇਨਸਾਫੀ ਹੈ, ਇਹਨੂੰ ਸਾਡੇ ਖਤਮ ਹੋਣਾ ਚਾਹੀਦਾ? ਚੰਦ ਇੱਕ ਜਗ੍ਹਾ ਦੇ ਉੱਤੇ ਮਤਲਬ ਜਿਸ ਤਰ੍ਹਾਂ ਪਾਕਿਸਤਾਨ ਦੀ ਮਤਲਬ ਹੈ, ਤੁਸੀਂ ਦੇਖੋ ਕਿ ਜਿਹੜੇ ਅਹਿਮ ਅਹੁਦੇ ਨੇ ਕੋਈ ਦੋ, ਉਹਨਾਂ ਤੋਂ ਇਲਾਵਾ ਅਸੀਂ ਮੇਰਾ ਖਿਆਲ ਕੋਈ ਐਸਾ ਉਹਨਾਂ ਦਾ ਮਸਲਾ ਨਹੀਂ ਹੈਗਾ। ਅਸੀਂ ਉਹਨਾਂ ਨੂੰ ਉਹਨਾਂ ਦੇ ਰਾਈਟ ਦੇ ਰਹੇ ਹਾਂ। ਉਹ ਚੰਦ ਇੱਕ ਜਗ੍ਹਾ ਐਸੀਆਂ ਨੇ ਕਿ ਮਤਲਬ ਤੁਸੀਂ ਦੇਖੋ ਕਿ ਉਹਨਾਂ ਦੀ ਵੈਸੇ ਵੀ 3% ਹੈ, ਕੋਈ ਐਸੀ ਕੋਈ ਵੱਡੀ ਤਾਦਾਦ ਤੇ ਹੈ ਨਹੀਂ, ਠੀਕ ਹੈ। ਔਰ ਇੱਕ ਚੂੰਕਿ ਇੱਕ ਮਜ਼ਹਬੀ ਇਹ ਬਣਿਆ ਹੀ ਮੁਲਕ, ਔਰ ਇੰਨੀਆਂ ਸ਼ਹਾਦਤਾਂ ਇੰਨੀਆਂ ਹੋਈਆਂ ਉਸ ਵੇਲੇ ਕਲਮੇ ਦੇ ਨਾਂ ਤੇ ਗੋ ਅਸੀਂ ਨਹੀਂ ਉਹਨੂੰ ਬਣਾ ਸਕੇ, ਇਸ ਲਈ ਉਹ ਸਾਡਾ ਆਇਨ ਜਿਹੜਾ ਨਾ ਉਹ ਮੁਤਫਿਕਾ ਉਹਦੇ ਤੇ ਤਮਾਮ ਜਮਾਤਾਂ ਨੇ ਉਹਦੇ ਉੱਤੇ ਮਤਲਬ ਨਾ ਇਤਫਾਕ ਕੀਤਾ ਕਿ ਵੀ ਇੱਥੇ ਜਿਹੜਾ ਹੋਏਗਾ ਨਿਜ਼ਾਮ ਹੋਏਗਾ ਉਹ ਕੁਰਾਨ ਦੇ ਬਿਲਕੁਲ ਕੋਈ ਉਹਦੀ ਇੱਕ ਵੀ ਚੀਜ਼, ਕੋਈ ਇੱਕ ਸ਼ਿਕ ਵੀ ਉਹਦੇ ਖਿਲਾਫ ਨਹੀਂ ਜਾਏਗੀ ਕੁਰਾਨ। ਤੇ ਮਤਲਬ ਉਸ ਹਵਾਲੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਇੱਥੇ ਜਿਹੜਾ ਸਦਰ ਪਾਕਿਸਤਾਨ ਹੈ ਜਾਂ ਵਜ਼ੀਰ ਆਜ਼ਮ ਹੈ, ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਹਟ ਕੇ ਤੇ ਸਭ ਕੁਛ ਦੇਖੋ ਤੁਸੀਂ ਇੱਥੇ ਜਸਟਿਸ ਵੀ ਰਹੇ ਨੇ, ਇੱਥੇ ਬਾਕੀ ਉਹਦੇ ਵੀ ਰਹੇ ਨੇ, ਵਜ਼ਾਰਤਾਂ ਵੀ ਰਹੀਆਂ ਨੇ, ਸਾਰਾ ਕੁਛ ਅੱਜ ਵੀ ਹੈਗਾ, ਔਰ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਵੀ ਰਾਈਟ ਨੇ। ਤੇ ਅਸੀਂ ਤੇ ਉਹਨਾਂ ਨੂੰ ਜੋ ਰਾਈਟ ਅਸੀਂ ਦੇ ਰਹੇ ਹਾਂ, ਕੋਟਾ ਵੀ ਦੇ ਰਹੇ ਹਾਂ, ਇੰਨੇ ਰਾਈਟ ਬਾਕੀ ਮੁਲਕਾਂ 'ਚ ਸ਼ਾਇਦ ਨਹੀਂ ਹੈ। ਤੁਸੀਂ ਇਹ ਸਮਝਦੇ ਹੋ ਕਿ ਇਹ ਅਗਰ ਉਹਨਾਂ ਨੂੰ ਕਨਸਟੀਟਿਊਸ਼ਨਲੀ ਨਾ ਰੋਕਿਆ ਜਾਂਦਾ ਤੇ ਉਹ ਕੋਈ ਸਦਰ ਬਣ ਜਾਂਦੇ, ਵਜ਼ੀਰ ਆਜ਼ਮ ਬਣ ਜਾਂਦੇ, ਮੁਲਕ ਵਾਸਤੇ, ਨਹੀਂ, ਮੇਰਾ ਨਹੀਂ ਖਿਆਲ ਕਿ ਇਸਲਾਮ ਵਾਸਤੇ ਕੋਈ ਖਤਰੇ ਦਾ ਸਬਬ ਨਹੀਂ ਬਣਦਾ? ਐਸੀ ਕੋਈ ਗੱਲ ਨਹੀਂ ਸੀ, ਲੇਕਿਨ ਉਹ ਸਾਡਾ ਚੂੰਕਿ ਇੱਕ ਉਹ ਪਹਿਲੇ ਦਿਨ ਤੋਂ ਉਹਦੇ ਤੇ ਮੁਤਫਿਕਾ ਇੱਕ ਫੈਸਲਾ ਹੈ, ਤੇ ਉਹਦੇ ਤੇ ਮੇਰਾ ਖਿਆਲ ਸਾਨੂੰ ਆਪਣੇ ਆਇਨ ਦੇ ਨਾਲ ਖਲੋਣਾ ਚਾਹੀਦਾ। ਔਰ ਵੈਸੇ ਉਹਨਾਂ ਕੋਲੋਂ ਕੀ 3% ਵਾਲਿਆਂ ਦਾ ਕਿਸ ਤਰ੍ਹਾਂ ਹੋ ਸਕਦਾ?